ਚੜਾ ਕੇ ਦਿਖਾਓ ਮੈਨੂੰ ਆ ਲਵਲੀ ਵਾਲੇ ਤੋਂ ਜਿਹੜੀਆਂ ਬਿਲਡਿੰਗਾਂ ਤੁਹਾਡੀਆਂ ਬਣੀਆਂ ਹੋਈਆਂ 100 ਕਰੋੜ ਰੁਪਏ ਦੀ ਜਾਇਦਾਦ ਆ। ਅੱਜ ਕਾਂਗਰਸੀ ਐਮਐਲਏ ਸੁਖਪਾਲ ਖਹਿਰਾ ਵੱਲੋਂ ਜਲੰਧਰ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਉਹਨਾਂ ਪ੍ਰੈਸ ਕਾਨਫਰੰਸ ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੇ ਪਿੰਡ ਹਰਦਾਸਪੁਰ ਅਤੇ ਨਾਨਕ ਨਗਰੀ ਦੀ ਜ਼ਮੀਨ ਦੱਬਣ ਦੇ ਦੋਸ਼ ਲਾਏ। ਇਸ ਪ੍ਰੈਸ ਵਾਰਤਾ ਵਿੱਚ ਸਵਾਗਤ ਹੈ। ਮੇਰੇ ਨਾਲ ਇਮੀਡੀਏਟਲੀ ਰਾਈਟ ਤੇ ਰਾਮ ਲੁਭਾਇਆ ਜੀ ਨੇ ਜਿਹੜੇ ਕਿ ਨਾਨਕ ਨਗਰੀ ਪੰਚਾਇਤ ਹੈ ਫਗਵਾੜੇ ਦੇ ਵਿੱਚ ਉਸ ਦੇ ਅਧਿਕਾਰਤ ਪੰਚ ਨੇ ਤੇ ਸਾਡੀਆਂ ਨਾਲ ਸਤਿਕਾਰਯੋਗ ਬੀਬੀਆਂ ਭੈਣਾਂ ਮੌਕੇ ਦੀਆਂ ਪੰਚ ਪੰਚਾਇਤੀਆਂ ਤੇ ਇਧਰਲੇ ਪਾਸੇ ਖੱਬੇ ਹੱਥ 3 ਪੰਚ ਹੋਰ ਜਿਹੜੇ ਨੇ ਉਹ ਨਾਨਕ ਨਗਰੀ ਦੀ ਸਾਰੀ ਇਹ ਪੰਚਾਇਤ ਹੈ। ਤੁਸੀਂ ਸਭ ਨੇ ਦੇਖਿਆ ਕਿ ਪਿਛਲੇ ਦਿਨਾਂ 'ਚ ਮਸਲਾ ਉੱਠਿਆ ਸੀਗਾ ਕਿ ਜਿਹੜੇ ਲਵਲੀ ਯੂਨੀਵਰਸਿਟੀ ਦੇ ਮਿਸਟਰ ਅਸ਼ੋਕ ਮਿੱਤਲ ਨੇ ਮੈਂਬਰ ਪਾਰਲੀਮੈਂਟ ਉਹਨਾਂ ਦੇ ਯੂਨੀਵਰਸਿਟੀ ਕੰਪਲੈਕਸ ਦੇ ਅੰਦਰ ਇੱਕ ਪਹਿਲਾ ਮਸਲਾ ਆਇਆ ਹਰਦਾਸਪੁਰਾ ਪਿੰਡ ਦੀ ਜ਼ਮੀਨ ਦਾ ਅੰਦਰ ਉਹਨਾਂ ਦੇ ਕੋਲ ਗੈਰ ਕਾਨੂੰਨੀ ਕਬਜ਼ਾ ਔਰ ਜਦੋਂ ਅਸੀਂ ਮਸਲੇ ਨੂੰ ਹਾਈਲਾਈਟ ਕੀਤਾ ਉਹਨਾਂ ਨੂੰ ਹਾਲਾਂਕਿ ਡੀਡੀਪੀਓ ਜਲੰਧਰ ਵੱਲੋਂ ਉਹਨਾਂ ਨੂੰ ਬਕਾਇਦਾ ਨੋਟਿਸ ਸਰਵ ਹੋਇਆ ਸੀਗਾ ਕਿ ਤੁਸੀਂ ਇਸ ਕਬਜ਼ੇ ਨੂੰ ਜਿਹੜਾ ਹੈ ਹਟਾਇਆ ਜਾਵੇ। ਲੇਕਿਨ ਤੁਹਾਨੂੰ ਪਤਾ ਕਿ ਜਦੋਂ ਰੂਲਿੰਗ ਪਾਰਟੀ ਹੁੰਦੀ ਆ ਉਹ ਕਹਿਣ ਨੂੰ ਉੱਦਾਂ ਇਮਾਨਦਾਰ ਨੇ ਬੜੇ ਕਿਉਂਕਿ ਇਹਨਾਂ ਤੋਂ ਉੱਤੇ ਇਮਾਨਦਾਰੀ ਦਾ ਸਰਟੀਫਿਕੇਟ ਕੇਜਰੀਵਾਲ ਤੋਂ ਤਾਂ ਕਿਸੇ ਕੋਲ ਹੈ ਹੀ ਨਹੀਂਗਾ ਸਾਰੇ ਵਰਲਡ ਦੇ ਵਿੱਚ। ਤਾਂ ਇਹਨਾਂ ਇਮਾਨਦਾਰਾਂ ਦੀ ਪਾਰਟੀ ਨੇ ਫਿਰ ਆਪਣੇ ਜਿਹੜੇ ਮੈਂਬਰ ਪਾਰਲੀਮੈਂਟ ਬਣੇ ਨੇ ਔਰ ਬਣੇ ਵੀ ਕਿੱਦਾਂ ਨੇ ਉਹ ਵੀ ਤੁਹਾਨੂੰ ਸਭ ਨੂੰ ਤਕਰੀਬਨ ਪਤਾ ਵਾ, ਸਾਰੀ ਜੱਗ ਜ਼ਾਹਰ ਗੱਲ ਹੈ। ਫਿਰ ਉਹਦੀ ਹਿਫਾਜ਼ਤ ਤੇ ਆ ਗਏ। ਕੱਲ ਮੇਰਾ ਖਿਆਲ ਸਾਰੀ ਐਡਮਿਨਿਸਟ੍ਰੇਸ਼ਨ ਉੱਥੇ ਪਹੁੰਚੀ ਹੋਈ ਸੀਗੀ ਔਰ ਉਹਦੇ ਮੁਤਲਕ ਤਾਂ ਸਿਰਫ ਮੈਂ ਇੰਨਾ ਹੀ ਕਹਿ ਕੇ ਅੱਗੇ ਨੈਕਸਟ ਸਟੈਪ ਤੇ ਆਉਣ ਲੱਗਿਆ ਕਿ ਉਹ ਜ਼ਮੀਨ ਹਰਦਾਸਪੁਰੇ ਦੀ ਇਹਨਾਂ ਦੇ ਲਵਲੀ ਯੂਨੀਵਰਸਿਟੀ ਕੰਪਲੈਕਸ ਦੇ ਅੰਦਰ ਆ। ਫਿਰ ਇਹਨਾਂ ਨੇ ਉਸ ਪਿੰਡ ਦੇ ਸਰਪੰਚ ਦੇ ਕੋਲੋਂ ਬਿਆਨ ਦਵਾਇਆ ਕਿ ਇਹ ਤਾਂ ਜ਼ਮੀਨ ਅਸੀਂ ਲੀਜ਼ ਤੇ ਦਿੱਤੀ ਹੋਈ ਆ, ਖੇਤੀ ਹੋ ਰਹੀ ਉੱਥੇ ਬਕਾਇਦਾ ਜਾ ਕੇ। ਔਰ ਉਸ ਜ਼ਮੀਨ ਦੀਆਂ ਫੋਟੋਜ਼ ਮੈਂ ਕੱਲ ਟਵੀਟ ਕਰ ਦਿੱਤੀਆਂ, ਤੁਹਾਡੇ ਟਵਿੱਟਰ ਤੇ ਹੋਣਗੀਆਂ। ਉਹ ਅੰਦਰ ਜ਼ਮੀਨ ਬਿਲਕੁਲ ਬੰਜਰ ਪਈ ਆ, ਖਾਲੀ ਪਈ ਆ, ਉਹਦੇ ਕੋਈ ਖੇਤੀ ਨਹੀਂ ਹੋ ਰਹੀ। ਸੋ ਜਸਟ ਟੂ ਮਿਸਲੀਡ ਦ ਮੀਡੀਆ, ਜਸਟ ਟੂ ਮਿਸਲੀਡ ਦ ਗਵਰਨਮੈਂਟ ਐਂਡ ਆਲਸੋ ਟੂ ਹੁਡਵਿੰਕ ਦ ਮਾਸਸ ਕਿ ਜੀ ਇਹ ਤਾਂ ਜ਼ਮੀਨ ਕੋਈ ਵਾਹੀ ਕਰ ਰਿਹਾ ਵਾ ਔਰ ਉਹਦੀ ਰਸੀਦ ਕਟਾਈ ਕਾਲੀ ਦੇ ਵਿੱਚ ਬੈਕ ਡੇਟ ਵਿੱਚ ਜਾ ਕੇ ਉੱਥੇ ਗੁਰਦੁਆਰਾ ਕਮੇਟੀ ਕੋਲੋਂ ਰਸੀਦ ਕਟਾ ਲਈ ਕਿ ਅਸੀਂ ਇੰਨਾ ਠੇਕਾ ਦੇ ਰਹੇ ਹਾਂ ਔਰ ਜ਼ਮੀਨ ਇਸ ਬਾਰੇ ਉਸ ਤੇ ਮੈਂ ਕਾਰਵਾਈ ਜਿਹੜੀ ਅੱਗੇ ਆਉਣ ਵਾਲੇ ਦਿਨਾਂ 'ਚ ਚਲਾਵਾਂਗੇ। ਉਹਨੂੰ ਮੈਂ 2 ਮਿੰਟ ਸਾਈਡ ਤੇ ਰੱਖ ਦਿੰਦਾ। ਆਹ ਬਹੁਤ ਇੰਪੋਰਟੈਂਟ ਇੱਕ ਮਸਲਾ ਵਾ। ਆ ਮੇਰੇ ਹੱਥ ਵਿੱਚ ਸਾਰੇ ਡਾਕੂਮੈਂਟਸ ਜਿਹੜੇ ਨੇ ਇਹ 13.5 ਕਿੱਲੇ ਜ਼ਮੀਨ ਆ ਜਿਹੜੀ ਚਹੇੜੂ ਪਿੰਡ ਦੀ ਇਹਨਾਂ ਨੇ ਲਵਲੀ ਯੂਨੀਵਰਸਿਟੀ ਨੇ ਅਰਸੇ ਤੋਂ ਇਹਦੇ ਤੇ ਕਬਜ਼ਾ ਕੀਤਾ ਹੋਇਆ ਸੀਗਾ ਪਹਿਲਾਂ ਹੀ ਔਰ ਉਸ ਕਬਜ਼ੇ ਨੂੰ ਮੁੜ ਕੇ ਸਰਕਾਰੀ ਔਰ ਉਸ ਨੂੰ ਲੈਜੀਟੀਮੇਟ ਕਰਨ ਦੇ ਨਜ਼ਰੀਏ ਦੇ ਨਾਲ ਸਨ 2010 ਵਿੱਚ 12/5/2010 ਨੂੰ ਪਿੰਡ ਦੀ ਗ੍ਰਾਮ ਪੰਚਾਇਤ ਤੇ ਪ੍ਰੈਸ਼ਰ ਪਾ ਕੇ ਉਹਨਾਂ ਤੇ ਦਬਾਅ ਬਣਾ ਕੇ ਸੇਵਾ ਕਰਕੇ ਵਾਟਐਵਰ ਕਰਕੇ ਇੱਕ ਤਰਫਾ ਤਬਾਦਲੇ ਦੇ ਜਿਹੜੀ ਪ੍ਰਪੋਜ਼ਲ ਭੇਜਤੀ ਕਿ ਅਸੀਂ 13.5 ਕਿੱਲੇ ਜ਼ਮੀਨ ਜਿਹੜੀ ਯੂਨੀਵਰਸਿਟੀ ਦੇ ਅੰਦਰ ਆ ਜਿਹਦੇ ਤੇ ਆਲਰੇਡੀ ਬਿਲਡਿੰਗਸ ਬਣੀਆਂ ਹੋਈਆਂ ਨੇ ਸਾਰਾ ਪੂਰਾ ਉਹਨਾਂ ਦੇ ਤਬਾਦਲੇ ਤੋਂ ਪਹਿਲਾਂ ਹੀ ਕਬਜ਼ਾ ਕੀਤਾ ਹੋਇਆ ਸੀ। ਤਬਾਦਲੇ ਤੋਂ ਪਹਿਲਾਂ ਹੀ ਸਭ ਕੁਝ ਪਤਾ ਨਹੀਂ ਕਿਹਨੇ CLUs ਦਿੱਤੀਆਂ, ਕਿਹਨਾਂ ਨੇ ਇਹਨਾਂ ਨੂੰ ਪਰਮਿਸ਼ਨਾਂ ਦਿੱਤੀਆਂ ਬਿਲਡਿੰਗਾਂ ਬਣਾਉਣ ਦੀਆਂ ਪੰਚਾਇਤ ਦੀ ਜ਼ਮੀਨ ਦੇ ਉੱਤੇ। ਉਹ ਸਭ ਕੁਝ ਪਹਿਲਾਂ ਇਨਫਰਾਸਟ੍ਰਕਚਰ ਤਿਆਰ ਸੀਗਾ ਤੇ ਉਸ ਤੋਂ ਬਾਅਦ ਤਬਾਦਲਾ ਮੂਵ ਕੀਤਾ 12/5/2010 ਨੂੰ। ਔਰ ਤਬਾਦਲਾ ਜਿਹੜਾ ਸੀਗਾ ਕਿਉਂਕਿ ਜਿਹੜੀ ਚਹੇੜੂ ਪੰਚਾਇਤ ਹੈ ਨਾ ਇਹਦੇ ਵਿੱਚੋਂ ਇੱਕ ਨਵੀਂ ਪੰਚਾਇਤ ਬਣਾਈ ਗਈ ਜਿਹੜੇ ਆ ਮੇਰੇ ਕੋਲ ਸਰਪੰਚ ਤੇ ਅਧਿਕਾਰਤ ਪੰਚ ਤੇ ਪੰਚ ਬੈਠੇ ਨੇ, ਉਹਦਾ ਨਾਮ ਹੈਗਾ ਨਾਨਕ ਨਗਰੀ। ਹੁਣ ਜਦੋਂ ਕੋਈ ਤਬਾਦਲਾ ਹੋਣਾ ਸੀ ਤਾਂ ਉਹ ਨਾਨਕ ਨਗਰੀ ਦੇ ਕੰਸੈਂਟ ਤੋਂ ਬਗੈਰ ਉਹਦੀ ਮਰਜ਼ੀ ਤੋਂ ਬਗੈਰ ਇਹ ਤਬਾਦਲਾ 13.5 ਏਕੜ ਦਾ ਨਹੀਂ ਹੋ ਸਕਦਾ ਸੀਗਾ। ਔਰ 13.5 ਏਕੜ ਜਿਹੜੀ ਲਵਲੀ ਯੂਨੀਵਰਸਿਟੀ ਵਿੱਚ ਉਹ 100 ਕਰੋੜ ਦੀ ਪ੍ਰਾਪਰਟੀ ਹੈ, 100 ਕਰੋੜ ਮਿਨੀਮਮ। ਤੇ ਜਿਹੜੀ ਤਬਾਦਲਾ ਕਰਕੇ ਚਹੇੜੂ ਦੀ ਪੰਚਾਇਤ ਨੂੰ ਦੇ ਦਿੱਤੀ ਉਹ ਪਰੇ ਜਿਹੜੀ ਵਹੀਂ ਹੈਗੀ ਆ ਕਾਲੀ ਵਹੀਂ ਜਿਹਨੂੰ ਕਹਿੰਦੇ ਕਿ ਚਿੱਟੀ ਵਹੀਂ ਕਹਿੰਦੇ ਆ, ਉਹਦੇ ਕੰਢੇ ਦੇ ਉੱਤੇ ਮਹਿਜ਼ 15 ਲੱਖ ਰੁਪਏ ਏਕੜ ਵਾਲੀ ਜ਼ਮੀਨ ਆ। ਮਤਲਬ ਪੌਣੇ 2 ਕਰੋੜ ਰੁਪਏ ਦੀ ਜ਼ਮੀਨ ਦੇ ਕੇ 13.5 ਕਿੱਲੇ ਬਾਹਰ ਯੂਨੀਵਰਸਿਟੀ ਤੋਂ ਵਹੀਂ ਦੇ ਕੰਢੇ ਦੇ ਉੱਤੇ ਤੇ 100 ਕਰੋੜ ਰੁਪਏ ਦੀ ਜ਼ਮੀਨ ਸਾਡੇ ਸਤਿਕਾਰਯੋਗ ਲਵਲੀ ਸਾਹਿਬ ਜਿਹੜੇ ਮੈਂਬਰ ਪਾਰਲੀਮੈਂਟ ਬਣੇ ਨੇ ਇਮਾਨਦਾਰ ਪਾਰਟੀ ਦੇ, ਉਹਨਾਂ ਨੇ 100 ਕਰੋੜ ਰੁਪਏ ਦੀ ਜ਼ਮੀਨ ਦਾ ਤਬਾਦਲਾ ਅਪਰੂਵ ਕਰਾ ਲਿਆ ਵਿਦਆਊਟ ਦ ਕੰਸੈਂਟ ਆਫ ਨਾਨਕ ਨਗਰੀ ਪੰਚਾਇਤ। ਫਿਰ ਨਾਨਕ ਨਗਰੀ ਪੰਚਾਇਤ ਨੇ ਇਸ ਨੂੰ ਚੁਣੌਤੀ ਦਿੱਤੀ। ਹਾਲਾਂਕਿ ਇਸ ਤੋਂ ਪਹਿਲਾਂ ਬਿਲਕੁਲ 2000 ਮਤਾ ਜਿਹੜਾ ਪਾਇਆ ਨਾ ਇਹਨਾਂ ਨੇ ਜਿਹੜਾ ਮਤਾ ਇਹਨੂੰ ਬਰੀਕੀ ਨਾਲ ਪੜਿਓ
ਇਸ ਵਿੱਚ ਤਿੰਨ ਚਾਰ ਕਾਰਨ ਦੱਸੇ ਕਿ ਕਿਉਂ ਤਬਾਦਲਾ ਕੀਤਾ ਜਾ ਰਿਹਾ ਵਾ। ਸਭ ਤੋਂ ਪਹਿਲਾਂ ਤਬਾਦਲਾ ਜਿਹੜਾ ਉਹਨਾਂ ਨੇ ਕਿਹਾ ਕਿ ਜੀ 3 ਸਾਈਡਾਂ ਤੇ ਲਵਲੀ ਯੂਨੀਵਰਸਿਟੀ ਦੀ ਜ਼ਮੀਨ ਲੱਗਦੀ ਹੈ, ਜਿਹੜੀ 13.5 ਏਕੜ ਜਿਹੜੀ ਇਹਨਾਂ ਨੇ ਤਬਾਦਲਾ ਆਪਣੇ ਹੱਕ ਵਿੱਚ ਲਿਆ, ਉਹਨੂੰ ਕਹਿੰਦੇ 3 ਸਾਈਡਾਂ ਦੇ ਉੱਤੇ ਲਵਲੀ ਯੂਨੀਵਰਸਿਟੀ ਲੱਗਦੀ ਆ ਤੇ ਚੌਥੀ ਸਾਈਡ ਦੇ ਉੱਤੇ ਵੇਈ ਵਗਦੀ ਆ। ਇਸ ਕਰਕੇ ਉਹਨੂੰ ਕੋਈ ਰਾਹ ਨਹੀਂ ਹੈਗਾ ਤਾਂ ਇਹ ਜ਼ਮੀਨ ਜਿਹੜੀ ਆ ਇਹ ਤਬਾਦਲਾ ਕੀਤਾ ਜਾਵੇ, ਅਸੀਂ ਤੁਹਾਨੂੰ ਬਾਹਰ ਯੂਨੀਵਰਸਿਟੀ ਤੋਂ ਵੇਈ ਦੇ ਕੰਢੇ ਦੇ ਉੱਤੇ ਜ਼ਮੀਨ ਦੇ ਦਾਂਗੇ। ਇਹ ਸਰਾਸਰ ਝੂਠਾ ਬਿਆਨ ਸੀਗਾ। ਇਹ ਬੇਸਿਕਲੀ ਆਧਾਰ ਹੀ ਤਬਾਦਲੇ ਦਾ ਗਲਤ ਆ, ਕਿਉਂਕਿ ਇਸ ਨੂੰ ਰਾਹ ਜਿਹੜਾ ਲੱਗਦਾ ਹੈ ਉਹ ਤਹਿਸੀਲਦਾਰ ਨੇ ਸਾਨੂੰ ਮਨਜ਼ੂਰਸ਼ੁਦਾ ਇੱਕ ਸਰਟੀਫਾਈਡ ਕਾਪੀ ਦਿੱਤੀ ਆ। ਤਹਿਸੀਲਦਾਰ ਦਾ ਇੱਕ ਹੈਗਾ ਵਾ, ਅਗਰ ਤੁਸੀਂ ਦੇਖ ਲਓਗੇ ਕਿ ਆ ਜਿਹੜਾ ਹੈਗਾ ਮੇਨ ਰੋਡ ਆ ਉਹਦੇ ਤੋਂ 2 ਕਰਮ ਦਾ ਯਾਨੀ 11 ਫੁੱਟ ਦਾ ਰਸਤਾ 2 ਸਾਈਡ ਤੇ ਇਸ 13.5 ਏਕੜ ਜ਼ਮੀਨ ਜਿਹੜਾ ਤਬਾਦਲਾ ਕੀਤਾ ਗਿਆ ਉਹਨੂੰ 2 ਕਰਮ ਦਾ ਰਸਤਾ 11 ਫੁੱਟ ਦਾ ਰਸਤਾ 2 ਸਾਈਡ ਤੇ ਲੱਗਦਾ ਸੀਗਾ। ਜਾਣਬੁੱਝ ਕੇ ਝੂਠ ਲਿਖਿਆ ਗਿਆ ਮਤੇ ਦੇ ਵਿੱਚ, ਸਰਪੰਚ ਨੂੰ ਪ੍ਰੈਸ਼ਰਾਈਜ਼ ਕਰਕੇ ਜਾਂ ਜੋ ਵੀ ਕੀਤਾ, ਅਖੇ ਇਹਨੂੰ ਰਾਹ ਹੀ ਨਹੀਂ ਲੱਗਦਾ ਜੀ। ਤੁਹਾਨੂੰ ਰਾਹ ਸਾਬਤ ਕਰ ਦਿੱਤਾ ਆ ਮੇਰੇ ਹੱਥ ਕੋਲ, ਮੈਂ ਤੁਹਾਨੂੰ ਸਾਰੇ ਸਕੈਨ ਡਾਕੂਮੈਂਟਸ ਤੁਹਾਡੀ ਈਮੇਲ ਦੇ ਉੱਤੇ ਭੇਜ ਦੂੰਗਾ। ਇਹ ਤਹਿਸੀਲਦਾਰ ਤੇ ਪਟਵਾਰੀ ਦੀ ਬਕਾਇਦਾ ਤੌਰ ਤੇ ਸਾਡੇ ਕੋਲ 15/4/2019 ਦੀ ਸਾਡੇ ਕੋਲ ਰਿਪੋਰਟ, ਸ਼ਾਇਦ ਉਸ ਤੋਂ ਪਹਿਲਾਂ 19 ਦੀ ਹੈ, 15/4/19 ਦਾ, ਜਿੱਥੇ ਪੂਰਾ ਖਸਰਾ ਨੰਬਰ ਦੇ ਕੇ ਦੱਸਿਆ ਕਿ ਇਸ ਨੂੰ ਰਾਹ ਲੱਗਦਾ ਵਾ। ਆ ਫੜਿਓ ਤੁਸੀਂ ਡਾਕੂਮੈਂਟ। ਫਿਰ ਕਹਿੰਦੇ ਜੀ ਕਿ ਦੂਸਰਾ ਪੁਆਇੰਟ ਬਣਾਇਆ, ਔਰ ਮੈਂ ਦੱਸ ਦੇਣਾ ਚਾਹੁੰਦਾ, ਜ਼ਿਕਰ ਹੋ ਗਿਆ ਕਿ ਇਹ ਦਲਿਤਾਂ ਦਾ ਪਿੰਡ ਹੈ, ਗਰੀਬਾਂ ਦਾ। ਇਹਨਾਂ ਦੇ ਕੋਲ ਹੋਰ ਕੋਈ ਆਮਦਨ ਨਹੀਂ। ਅਗਰ ਇਹ ਜ਼ਮੀਨ ਖੁੱਸ ਜਾਂਦੀ ਇਹਨਾਂ ਦੇ ਕੋਲੋਂ, ਇਹਨਾਂ ਦੇ ਕੋਲ ਸਾਂਝੇ ਕੰਮਾਂ ਵਾਸਤੇ, ਗੁਰਦੁਆਰਾ ਸਾਹਿਬ ਲਈ, ਧਰਮਸ਼ਾਲਾ ਲਈ, ਸਕੂਲ ਵਾਸਤੇ ਕੋਈ ਆਮਦਨ ਦਾ ਸਰੋਤ ਨਹੀਂਗਾ। ਔਰ ਦੂਸਰਾ ਆਧਾਰ ਉਹਨਾਂ ਨੇ ਬਣਾਇਆ ਜੀ ਕਿ ਉੱਥੇ ਪਾਣੀ ਨਹੀਂ ਲੱਗਦਾ ਇਸ ਜ਼ਮੀਨ ਦੇ ਕੋਲ। ਅਸੀਂ ਤਾਂ ਕਰਕੇ ਇਹ ਜ਼ਮੀਨ ਅਸੀਂ ਲੈ ਰਹੇ ਹਾਂ 100 ਕਰੋੜ ਦੀ, ਤੇ ਬਾਹਰ ਤੁਹਾਨੂੰ 2.25 ਕਰੋੜ ਰੁਪਏ ਦੀ ਦੇ ਦਿਆਂਗੇ, ਕਿਉਂਕਿ ਇਸ 13.5 ਏਕੜ ਜਿਹੜੀ ਯੂਨੀਵਰਸਿਟੀ ਕੰਪਲੈਕਸ ਦੇ ਅੰਦਰ ਹੈ ਇਹਨੂੰ ਪਾਣੀ ਨਹੀਂ ਲੱਗਦਾ। ਲਓ ਆ ਐਵੀਡੈਂਸ ਦੇਖੋ ਤੁਸੀਂ, ਪਹਿਲਾਂ ਮੋਟਰ ਆ ਐਵੀਡੈਂਸ ਦੇਖੋ। ਇਹ ਖੇਤੀਯੋਗ ਜ਼ਮੀਨ ਸੀਗੀ, ਬਕਾਇਦਾ ਆ ਲਓ, ਇਹ ਖੇਤੀਯੋਗ ਜ਼ਮੀਨ, ਖੇਤੀ ਹੁੰਦੀ ਰਹੀ ਹੈ ਇਸ ਜ਼ਮੀਨ ਦੇ ਉੱਤੇ, ਬਕਾਇਦਾ ਪੱਟੇ ਦੇ ਉੱਤੇ ਚੜ੍ਹਦੀ ਰਹੀ ਹੈ। ਆ ਲਓ, ਮੋਟਰਾਂ 2 ਲੱਗੀਆਂ ਸੀ ਇਹਦੇ ਵਿੱਚ, ਉਹ ਮੋਟਰਾਂ ਵੀ ਪੱਟ ਦਿੱਤੀਆਂ। ਦੱਸੋ ਕਿੰਨੀ ਦੇਰ ਪੁਰਾਣੀ? ਇਹ ਤਕਰੀਬਨ ਜੀ 2015 ਦੇ ਏਕੜ ਦੀਆਂ ਤਸਵੀਰਾਂ ਜੀ। 2015 ਦੇ ਨੇੜੇ ਤੇ। ਤੁਸੀਂ ਵੀ ਆ ਤਸਵੀਰਾਂ ਦਿਖਾਓ ਜਰਾ, ਬਾਕੀ ਵੀ ਦਿਖਾ ਦਿਓ। ਆ ਖੇਤੀ ਦੀ ਜ਼ਮੀਨਾਂ ਦੇਖ ਲਓ। ਕਹਿੰਦੇ ਜੀ ਇੱਥੇ ਪਾਣੀ ਨਹੀਂ ਲੱਗਦਾ, ਖੇਤੀ ਨਹੀਂ ਹੁੰਦੀ, ਇਸ ਕਰਕੇ ਇਹ ਜ਼ਮੀਨ ਸਾਨੂੰ ਬਹੁਤ ਜਲਦੀ ਜ਼ਰੂਰਤ ਹੈ, ਕਿਉਂਕਿ ਅਸੀਂ ਬਿਲਡਿੰਗਾਂ ਬਣਾਉਣੀਆਂ ਉੱਥੇ। ਔਰ 100 ਕਰੋੜ ਰੁਪਏ ਦੀ ਪ੍ਰਾਪਰਟੀ, ਤੇ ਬਾਹਰਲੇ ਪਾਸੇ 2.25 ਕਰੋੜ ਰੁਪਏ ਦੀ ਉਹਨਾਂ ਨੂੰ ਦੇ ਦਿੱਤੀ। ਇਹ ਵੀ ਝੂਠ ਫੜਿਆ ਗਿਆ ਉਹਨਾਂ ਦਾ, ਬਿਕੋਜ਼ ਇੱਥੇ ਬਕਾਇਦਾ ਤੌਰ ਤੇ ਐਗਰੀਕਲਚਰ ਪਰਪਸ ਔਰ ਐਗਰੀਕਲਚਰ ਤੇ ਮੋਟਰ ਦਾ ਜਿਹੜਾ ਪ੍ਰਬੰਧ ਸੀਗਾ ਉਹ ਸਾਰਾ ਕੀਤਾ ਗਿਆ ਸੀ। ਫਿਰ ਕਹਿੰਦੇ ਜੀ ਕਿ, ਔਰ ਇਹਨਾਂ ਨੇ ਇਹ ਸਾਰੀਆਂ ਗੱਲਾਂ ਦਾ ਵਿਰੋਧ ਕਰਦੇ ਹੋਏ ਰਾਮ ਲੁਭਾਇਆ ਜੀ ਜਿਹੜੇ ਅਧਿਕਾਰਤ ਪੰਚ ਨੇ, ਇਹਨਾਂ ਨੇ ਡਾਇਰੈਕਟਰ ਪੰਚਾਇਤ ਨੂੰ 30/7/2010 ਨੂੰ ਵਾਰਨ ਕਰ ਦਿੱਤਾ ਸੀਗਾ ਗਵਰਨਮੈਂਟ ਨੂੰ ਕਿ ਤੁਸੀਂ ਗਲਤ ਤਬਾਦਲਾ ਕਰ ਰਹੇ ਹੋ, ਸਾਡੇ ਕਨਸੈਂਟ ਤੋਂ ਬਗੈਰ ਕਰ ਰਹੇ ਹੋ। ਇਹ ਜ਼ਮੀਨ ਖੇਤੀਯੋਗ ਹੈ, ਇਸ ਜ਼ਮੀਨ ਨੂੰ ਰਸਤਾ ਲੱਗਦਾ ਹੈ, ਇਹ ਦਲਿਤਾਂ ਦਾ, ਗਰੀਬਾਂ ਦਾ ਪਿੰਡ ਆ, ਇਹ ਅਮੀਰ ਆਦਮੀਆਂ ਨੂੰ, ਲਵਲੀ ਯੂਨੀਵਰਸਿਟੀਆਂ ਵਾਲਿਆਂ ਨੂੰ ਕਬਜ਼ਾ ਕਰਨ ਦੇ ਵਾਸਤੇ ਇਹ ਤਬਾਦਲਾ ਪ੍ਰਵਾਨਗੀ ਨਾ ਦਿੱਤੀ ਜਾਵੇ। ਪਰ ਇਹਦੇ ਬਾਵਜੂਦ ਵਿਦਆਊਟ ਦੀ ਕਨਸੈਂਟ ਆਫ ਦੀ ਅਦਰ ਪੰਚਾਇਤ, ਜਿਹੜੇ ਕਿ ਇਸ ਵਕਤ 61 ਐਂਡ 39% ਦੇ ਓਨਰਸ ਨੇ, ਇਹਨਾਂ ਨੂੰ ਬਕਾਇਦਾ ਜਦੋਂ ਇਹਨਾਂ ਦੀ ਪੰਚਾਇਤ ਦੀ ਬਾਈਫਰਕੇਸ਼ਨ ਹੋਈ, ਠੀਕ ਹੈ ਨਾ ਮੈਂ ਕਹਿ ਰਿਹਾ, ਇਹਨਾਂ ਨੂੰ 39% ਪਿੰਡ ਦੀ ਜ਼ਮੀਨ ਦਾ ਹਿੱਸਾ ਦੇ ਮਲਕੀਅਤ ਦੇ ਅਧਿਕਾਰ ਦਿੱਤੇ ਗਏ ਨੇ। ਬਕਾਇਦਾ ਕੇਸ ਚੱਲਿਆ, ਇਹਨਾਂ ਅਧਿਕਾਰਤ ਲੜ ਕੇ ਲਏ ਨੇ। 39% ਸ਼ੇਅਰ ਹੋਲਡਰ ਨੂੰ ਬਗੈਰ ਪੁੱਛੇ ਹੀ ਉਹ ਜ਼ਮੀਨ ਜਿਹੜੀ ਸੀਗੀ ਉਹ ਚੱਕ ਦਿੱਤੀ ਗਈ। ਫਿਰ ਮਾਰਕੀਟ ਵੈਲਿਊ ਤੁਹਾਨੂੰ ਦੱਸ ਦਿੱਤੀ ਹੈ, ਤੁਸੀਂ ਜਾ ਕੇ ਤਸਦੀਕ ਕਰ ਸਕਦੇ। ਔਰ ਇਹ ਐਡਾ ਵੱਡਾ ਫਰਾਡ ਹੈ, ਅਗਰ ਇਹਦੇ ਵਿੱਚ ਵਿਜੀਲੈਂਸ ਇਨਕੁਆਇਰੀ ਹੋਵੇ। ਪਹਿਲੀ ਗੱਲ ਤਾਂ ਜਿਹੜੇ ਅਫਸਰਾਂ ਨੇ ਤਬਾਦਲਾ ਅਲਾਓ ਕੀਤਾ, ਹਾਊ ਡਿਡ ਦੇ ਡੂ ਇਟ? ਕਿਸ ਤਰ੍ਹਾਂ ਤਬਾਦਲਾ ਅਲਾਓ ਕਰਤਾ ਜਦ ਇੱਕ ਪਾਰਟੀ ਜਿਹੜੀ ਸੀਗੀ ਸ਼ੇਅਰ ਹੋਲਡਰ ਸੀਗੀ ਨਾਨਕ ਨਗਰੀ ਪੰਚਾਇਤ, ਉਹਦਾ ਕੰਸੈਂਟ ਹੀ ਨਹੀਂ ਸੀਗਾ। ਔਰ ਜਿਹੜੇ ਮਤੇ ਪਾਸ ਕਰਕੇ ਦਿਖਾਇਆ ਗਿਆ, ਝੂਠ ਬੋਲਿਆ ਗਿਆ, ਉਹ ਵਿਜੀਲੈਂਸ ਅਫਸਰਾਂ ਨੇ ਦੇਖਿਆ ਨਹੀਂ ਕਿ ਉਹਨੂੰ ਰਾਹ ਵੀ ਲੱਗਦਾ ਵਾ, ਇਹ ਖੇਤੀਯੋਗ ਵੀ ਆ, ਇਹ 100 ਕਰੋੜ ਰੁਪਏ ਦੀ ਪ੍ਰਾਪਰਟੀ ਆ। ਇਹਦੇ ਇਵਜ਼ ਵਿੱਚ ਸਰਕਾਰ ਨੂੰ ਚੂਨਾ ਲਾ ਕੇ ਸਿਰਫ 2.25 ਕਰੋੜ ਰੁਪਏ ਦੀ ਜ਼ਮੀਨ ਲੈ ਕੇ ਵਹੀਂ ਦੇ ਕੰਢੇ ਦੇ ਉੱਤੇ ਦਿੱਤੀ ਜਾ ਰਹੀ ਹੈ। ਜਿੰਨੇ ਅਫਸਰ ਥੱਲਿਓਂ ਲੈ ਕੇ ਉੱਤੇ ਤੱਕ ਜਿਹੜਿਆਂ ਨੇ ਇਸ ਤਬਾਦਲੇ ਨੂੰ ਪ੍ਰਵਾਨਗੀ ਦਿੱਤੀ ਆ, ਕੁਲਦੀਪ ਸਿੰਘ ਢਾਲੀਵਾਲ, ਜੇ ਤੁਸੀਂ ਮੇਰੀ ਗੱਲ ਸੁਣ ਰਹੇ ਹੋ, ਤੁਸੀਂ ਬਹੁਤ ਸਾਰੇ ਪੰਜਾਬ ਵਿੱਚ ਘੁੰਮ ਕੇ ਸ਼ੋਰ ਮਚਾ ਰਹੇ ਹੋ। ਜਿਹੜਾ 2828 ਏਕੜ ਜ਼ਮੀਨ ਛਡਾਈ, ਮੈਂ ਉਹਦੇ
ਤਹਿਕੀਕਾਤ ਤੁਹਾਨੂੰ ਡਿਟੇਲ ਥੋੜੀ ਜਿਹੀ ਬਾਅਦ ਚ ਦੱਸਦਾ ਵਾਂ। ਤੁਸੀਂ ਇਹ ਬਹੁਤ ਕਲੇਮ ਕਰ ਰਹੇ ਹੋ ਕਿ ਅਸੀਂ ਬਹੁਤ ਵੱਡੇ ਬੰਦਿਆਂ ਤੋਂ ਜ਼ਮੀਨਾਂ ਛਡਾ ਕੇ ਦਿਖਾਓ ਮੈਨੂੰ ਆ ਲਵਲੀ ਵਾਲੇ ਤੋਂ ਜਿਹੜੀਆਂ ਬਿਲਡਿੰਗਾਂ ਤੁਹਾਡੀਆਂ ਬਣੀਆਂ ਹੋਈਆਂ 100 ਕਰੋੜ ਰੁਪਏ ਦੀ ਜਾਇਦਾਦ ਆ। ਤੁਸੀਂ ਉੱਥੇ ਜਿਹੜਾ ਛੋਟੀ ਵੱਡੀ ਨੰਗਲ ਪਿੰਡ ਵਿੱਚ ਜਾ ਕੇ ਝੂਠ ਬੋਲਿਆ, ਉਹ ਮੈਂ ਝੂਠ ਤੇ ਬਾਅਦ ਚ ਆਉਣਾ, ਪਹਿਲਾਂ ਇਸ ਗੱਲ ਨੂੰ ਨਿਬੇੜ ਲਵਾਂ। ਫਿਰ ਇਸ ਪਿੰਡ ਦੇ ਸਰਪੰਚ ਨੇ, ਇਹਨਾਂ ਤੋਂ ਪਹਿਲਾਂ ਜਿਹੜੇ ਸਰਪੰਚ ਸੀ ਪੁਰਸ਼ੋਤਮ ਲਾਲ, ਉਹਨਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਰਿਟ ਦਾਇਰ ਕਰਤੀ ਆ ਸਾਰੇ ਤੱਥ ਪੇਸ਼ ਕਰਕੇ। ਹੁਣ ਕਿਸੇ ਕਾਰਪੋਰੇਟ ਘਰਾਣੇ ਨਾਲ ਤਾਂ ਸਰਕਾਰਾਂ ਨਹੀਂ ਲੜਦੀਆਂ। ਪੁਰਸ਼ੋਤਮ ਲਾਲ ਸਾਡਾ ਸਤਿਕਾਰਯੋਗ ਸਰਪੰਚ ਸੀ ਸਾਬਕਾ, ਕਿਹੜੇ ਕਾਰਨਾਂ ਕਰਕੇ ਮੈਂ ਨਹੀਂ ਕਹਿਣਾ, ਨਾ ਮੈਂ ਉਹਦੀ ਕੋਈ ਕਿਸੇ ਤਰ੍ਹਾਂ ਦਾ ਉੱਤੇ ਕੋਈ ਇਲਜ਼ਾਮ ਲਾਉਣਾ ਵਾ, ਸਡਨਲੀ ਆਊਟ ਆਫ ਦ ਬਲੂ 2021 ਦੇ ਵਿੱਚ ਆ ਪਿਛਲੇ ਸਾਲ ਅਕਤੂਬਰ ਦੇ ਵਿੱਚ ਇਹ ਜਿਹੜੀ ਰਿਟ ਪਟੀਸ਼ਨ ਜਿਹਦੇ ਸਾਰੇ ਇਹ ਤੱਥ ਪੇਸ਼ ਸੀਗੇ, ਸਰਕਾਰ ਨੂੰ ਨੋਟਿਸ ਹੋਇਆ ਹੋਇਆ ਸੀ, ਸਰਕਾਰ ਦੇ ਦਾਅਵੇ ਆਏ ਹੋਏ ਸੀ, ਜਵਾਬ ਹੋਏ ਹੋਏ ਸੀਗੇ, ਬਹੁਤ ਇੱਕ ਟੌਪ ਦੀ ਸਟੇਜ ਤੇ ਇੱਕ ਸੀਰੀਅਸ ਸਟੇਜ ਦੇ ਉੱਤੇ ਰਿਟ ਪਟੀਸ਼ਨ ਜਿਹੜੀ ਹਾਈ ਕੋਰਟ ਦੇ ਨਜ਼ਰਸਾਨੀ, ਉਹਨੂੰ ਪਤਾ ਲੱਗ ਗਿਆ ਹੋਣਾ ਲਵਲੀ ਵਾਲਿਆਂ ਨੂੰ ਕਿ ਇੱਥੋਂ ਉੱਡ ਜਾਣਾ ਸਾਰਾ ਕੁਝ, ਬਿਲਡਿੰਗਾਂ ਵੀ ਢਾਉਣੀਆਂ ਪੈਣੀਆਂ ਨੇ। ਉਹਨਾਂ ਨੇ ਕਿਹੜੇ ਕਾਰਨਾਂ ਕਰਕੇ ਇਹ ਰਿਟ ਪਟੀਸ਼ਨ ਸਡਨਲੀ ਪਟੀਸ਼ਨਰ ਨੇ ਪੁਰਸ਼ੋਤਮ ਲਾਲ ਨੇ ਅਕਤੂਬਰ 2021 ਦੇ ਵਿੱਚ ਵਿਡਰਾਅ ਕਰ ਲਈ, ਵਾਪਸ ਲੈ ਲਈ। ਹੁਣ ਤੁਸੀਂ ਸਾਰੇ ਸਮਝਦੇ ਹੋ ਕਿ ਆ ਜਿਹੜਾ ਮੇਰੇ ਖਿਆਲ ਘੱਟੋ ਘੱਟ ਨਹੀਂ ਤਾਂ 20-25 ਹਜ਼ਾਰ ਕਰੋੜ ਰੁਪਏ ਦਾ ਗਰੁੱਪ ਹੋਣਾ ਇਹ। ਹੁਣ 20-25 ਹਜ਼ਾਰ ਕਰੋੜ ਦੇ ਗਰੁੱਪ ਦੇ ਨਾਲ ਕੀ ਗਰੀਬ ਆਦਮੀ ਲੜ ਸਕਦਾ ਵਾ? ਕੀ ਕੋਈ ਸਧਾਰਨ ਬੰਦੇ ਉਹਨਾਂ ਦੇ ਸਾਹਮਣੇ ਪੈਸੇ ਦੀ ਲਿਸ਼ਕ ਦੇ ਸਾਹਮਣੇ ਖੜੇ ਹੋ ਸਕਦੇ ਨੇ? ਅਗਰ ਕੋਈ ਖੜਾ ਹੋ ਸਕਦਾ, ਦੈਟ ਇਜ਼ ਓਨਲੀ ਦੀ ਐਸਟੈਬਲਿਸ਼ਮੈਂਟ ਐਂਡ ਦ ਸਟੇਟ। ਹੁਣ ਇਹ ਸਟੇਟ ਦਾ, ਭਗਵੰਤ ਮਾਨ ਦਾ ਤੇ ਕੁਲਦੀਪ ਢਾਲੀਵਾਲ ਦਾ ਅਸਲ ਇਮਤਿਹਾਨ ਪੰਚਾਇਤ ਦੀਆਂ ਜ਼ਮੀਨਾਂ ਨੂੰ ਲੈ ਕੇ ਇੱਥੇ ਇਸ ਪਿੰਡ ਦੇ ਵਿੱਚ ਆ। ਜਿਹੜਾ ਕਹਿੰਦੇ ਨਾ ਕਿ ਅਸੀਂ ਛੋਟੀ ਵੱਡੀ ਨੰਗਲ ਪਿੰਡ ਵਿੱਚ 2828 ਕਿੱਲੇ ਜ਼ਮੀਨ ਛਡਵਾ ਕੇ 300 ਕਰੋੜ ਰੁਪਇਆ ਕਹਿੰਦੇ ਖਜ਼ਾਨੇ ਜਮ੍ਹਾਂ ਕਰਾਤਾ, ਉਹ ਤਾਂ 2800 ਕਿੱਲਾ ਸੀ। ਔਰ ਜਿਹੜਾ ਅਸਲੀਅਤ ਸੱਚ ਕੀ ਉਸ ਜ਼ਮੀਨ ਦਾ ਸੁਣ ਲਓ, ਉਹਦੇ ਚੋਂ ਭਗਵੰਤ ਮਾਨ ਆਪ ਕਹਿੰਦੇ ਨੇ ਕਿ 2500 ਕਿੱਲਾ ਪਹਾੜ ਦਾ ਵਾ। ਚੰਡੀਗੜ੍ਹ ਦੇ ਜਿਹੜੇ ਪਹਾੜ ਨੇ ਉਹ ਕੱਚੇ ਪਹਾੜ ਨੇ, ਉੱਤੇ ਕੋਈ ਖੇਤੀ ਨਹੀਂ ਹੁੰਦੀ। ਉਹਨਾਂ ਦੀ ਕਾਗਜ਼ਾਂ ਵਿੱਚ ਕੀਮਤ ਲੱਖ 2 ਲੱਖ ਰੁਪਈਆ ਜਾਂ 2 ਲੱਖ ਰੁਪਈਆ। ਜਿਹੜਾ ਉੱਥੇ ਆਬਾਦ ਜ਼ਮੀਨ ਸੀਗੀ ਉਹ ਸਿਰਫ 2500 ਤੋਂ ਲਾ ਲਓ ਤੁਸੀਂ 250 ਕਿੱਲਾ ਸੀਗੀ। ਕਹਿੰਦੇ ਜੀ 300 ਕਰੋੜ ਰੁਪਈਆ ਅਸੀਂ ਖਜ਼ਾਨੇ ਜਮ੍ਹਾਂ ਕਰਾਤਾ। ਕਿੱਦਾਂ ਜਮ੍ਹਾਂ ਕਰਾਤਾ ਜੀ? ਪੰਚਾਇਤ ਦੀ ਜ਼ਮੀਨ ਜੇ ਤੁਸੀਂ ਛਡਵਾਈ ਵੀ ਆ ਮੰਨ ਲਓ, ਉਹ ਤਾਂ ਪੰਚਾਇਤ ਨੂੰ ਰਿਸਟੋਰ ਹੋਈ ਆ, ਤੇ ਪੰਚਾਇਤਾਂ ਨੇ ਉਹ ਜ਼ਮੀਨ ਗਾਂ ਵਾਹੀ ਵਾਸਤੇ ਪੱਟੇ ਦੇ ਉੱਤੇ ਨਿਲਾਮੀ ਕਰਕੇ ਦੇਣੀ ਆ। ਤੇ ਹਰ ਏਕੜ ਦਾ ਤੁਹਾਨੂੰ ਪਤਾ, ਜੇ ਪੰਚਾਇਤ ਜੇ ਕੱਚੇ ਪਹਾੜ ਨੇ ਤੇ ਉਹਦਾ ਤਾਂ ਮੈਨੂੰ ਲੱਗਦਾ 1000 ਰੁਪਇਆ ਵੀ ਕਿੱਲੇ ਦਾ ਨਹੀਂ ਦੇਣਾ ਸਾਲ ਦਾ ਠੇਕਾ, ਕਿਉਂਕਿ ਉੱਥੇ ਖੇਤੀ ਤਾਂ ਹੁੰਦੀ ਨਹੀਂ ਗੀ। ਮੰਨ ਲਿਓ ਉੱਥੇ ਕੋਈ ਠੇਕਾ ਚੜ੍ਹਦਾ ਵੀ ਸੀਗਾ, ਜੇ ਕੋਈ ਉੱਥੇ ਆਮਦਨ ਹੋਊਗੀ ਤਾਂ ਪੰਚਾਇਤ ਦੇ ਖਾਤੇ 'ਚ ਜਾਣੀ ਆ, ਤੇ ਪੰਚਾਇਤ ਨੇ ਆਪਣੇ ਕੰਮ ਵਾਸਤੇ ਵਰਤਣੀ ਆ, ਉਹ ਖਜ਼ਾਨੇ 'ਚ ਕਿੱਦਾਂ ਚਲੇਗੀ? ਦੇਖੋ ਕਿੱਡਾ ਵੱਡਾ ਝੂਠ ਬੋਲਿਆ ਲੋਕਾਂ ਦੇ ਨਾਲ, ਪੰਜਾਬ ਦਿਆਂ ਨੂੰ। ਆਪਾਂ ਨੂੰ ਕਿੱਡਾ ਜੋਕਰ ਸਮਝਦੇ ਨੇ, ਮੂਰਖ ਸਮਝਦੇ ਨੇ। ਸਾਨੂੰ ਕਹਿਤਾ ਅਸੀਂ 2828 ਕਿੱਲੇ ਜ਼ਮੀਨ ਛਡਾ ਕੇ 300 ਕਰੋੜ ਰੁਪਇਆ ਸਰਕਾਰੀ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਾਤਾ। ਜਮ੍ਹਾਂ ਹੋਵੇਗਾ, ਪਰ ਜਮ੍ਹਾਂ ਤਾਂ ਹੋਵੇਗਾ ਜੇ ਲਵਲੀ ਦੀ 100 ਕਰੋੜ ਰੁਪਏ ਦੀ ਬਿਲਡਿੰਗ ਢਵਾ ਕੇ ਇਸ ਜ਼ਮੀਨ ਨੂੰ ਪੰਚਾਇਤ ਦਾ ਡਿਪਾਰਟਮੈਂਟ ਰਿਕਵਰ ਕਰੇ ਔਰ ਇਸ ਨੂੰ ਫਿਰ ਆਕਸ਼ਨ ਕਰੇ, ਭਾਵੇਂ ਇਸ ਨੂੰ ਵੇਚ ਲਵੇ, ਬਿਕੋਜ਼ ਦਿਸ ਇਜ਼ ਕਮਰਸ਼ੀਅਲ ਪ੍ਰਾਪਰਟੀ। ਇਹਦਾ 100 ਕਰੋੜ ਰੁਪਈਆ ਭਗਵੰਤ ਸਿੰਘ ਮਾਨ ਜਮ੍ਹਾਂ ਹੋ ਸਕਦਾ। ਉਹ ਛੋਟੀ ਵੱਡੀ ਨੰਗਲ ਪਿੰਡ ਦਾ ਨਹੀਂ ਉਹ ਹੋਣਾ। ਉਹ ਤੁਸੀਂ ਸਿਰਫ ਸਿਮਰਨਜੀਤ ਸਿੰਘ ਮਾਨ ਨਾਲ ਬਦਲਾਖੋਰੀ ਕਰਕੇ, ਸਿਰਫ ਉਹਦੇ ਤੇ ਝੂਠ ਬੋਲ ਕੇ, ਇਹਨਾਂ ਦਿੱਲੀ ਵਾਲਿਆਂ ਨੂੰ ਇਹ ਵੀ ਨਹੀਂ ਪਤਾ, ਕਿਉਂਕਿ ਛੋਟੀ ਵੱਡੀ ਨਗਲ ਦੇ ਵਿੱਚ ਉੱਥੇ ਪਹਾੜਾਂ ਦੇ ਵਿੱਚ ਵਿਗਿਆ ਨਾਲ ਜ਼ਮੀਨ ਕੈਲਕੂਲੇਟ ਹੁੰਦੀ ਹੈ। ਉਹ ਵਿਗੇ ਸੀਗੇ, ਉਹਨਾਂ ਨੂੰ ਕਿੱਲੇ ਬਣਾਤਾ, ਏਕੜ ਬਣਾਤਾ। ਔਰ ਉਹਦੀ ਜ਼ਮੀਨ ਪਤਾ ਨਹੀਂ, ਮੈਨੂੰ ਹੁਣ ਐਗਜ਼ੈਕਟਲੀ ਤਾਂ ਪਤਾ ਨਹੀਂਗਾ, ਲੇਕਿਨ ਇਮਾਨ ਸਿੰਘ ਮਾਨ ਦੀ ਜ਼ਮੀਨ ਆਈ ਐਮ ਟੋਲਡ ਕਿ ਉਹ ਸ਼ਾਇਦ ਕੁਛ ਤਾਂ ਮੈਂ ਸੁਣਿਆ ਕਿ 1.25 ਏਕੜ ਕਹਿੰਦੇ ਨੇ, ਚਲੋ 10-12 ਏਕੜ ਹੋਊਗੀ, 10-12 ਏਕੜ ਨੂੰ ਚੱਕ ਕੇ 125 ਏਕੜ ਬਣਾ ਦਿੱਤੀ ਹੈ, ਜਸਟ ਟੂ ਕ੍ਰੀਏਟ ਅ ਸੈਂਸੇਸ਼ਨ, ਬਿਕੋਜ਼ ਸਿਮਰਨਜੀਤ ਸਿੰਘ ਮਾਨ ਨੇ ਇਹਨਾਂ ਦੀ ਹੁਣੇ ਤਾਜੀ ਮੰਜੀ ਠੋਕੀ ਆ ਸੰਗਰੂਰ ਦੇ ਵਿੱਚ, ਤਾਂ ਕਰਕੇ ਭੱਜੇ ਗਏ ਉੱਥੇ। ਕਦੀ ਚੀਫ ਮਿਨਿਸਟਰ ਜਾਂਦਾ ਸਪੌਟ ਵਿਜ਼ਿਟ ਕਰਨ ਲਿਆ, ਚੀਫ ਮਿਨਿਸਟਰ ਨੂੰ ਕਹੇ ਆਵੇ ਲਵਲੀ ਯੂਨੀਵਰਸਿਟੀ ਇੱਥੇ ਸਪੌਟ ਵਿਜ਼ਿਟ ਕਰੇ। 100 ਏਕੜਸ 100 ਕਰੋੜ ਪ੍ਰੋਪਰਟੀ ਵਰਥ ਜਸਟ ਇਨ ਅ ਸਮਾਲ ਪੈਚ, ਹਾਈ ਰਾਈਜ਼ ਬਿਲਡਿੰਗਸ। ਇੱਥੇ ਪਤਾ ਲੱਗੇਗਾ ਕਿ ਤੁਸੀਂ ਜ਼ਮੀਨ ਛਡਵਾ ਸਕਦੇ ਕਿ ਨਹੀਂ ਛਡਵਾ ਸਕਦੇ। ਔਰ ਇਹ ਜਿਹੜਾ ਮਸਲਾ ਵਾ, ਅਗਰ ਇਹ ਮੈਂ ਇੰਤਜ਼ਾਰ ਕਰੂੰਗਾ ਥੋੜੇ ਦਿਨ, ਨਹੀਂ ਕਰਨਗੇ ਤਾਂ ਅਗਲਾ ਕੋਰਸ ਆਫ ਐਕਸ਼ਨ ਫਿਰ ਮੈਂ ਦੱਸੂਗਾ ਕਿੱਧਰ ਨੂੰ ਜਾਣਾ ਹੈ। ਇਸ ਤੋਂ ਇਲਾਵਾ ਇਹ ਤਾਂ ਚਲੋ ਕਹਿੰਦੇ, ਇਹ ਹੁਣ ਕਹਿਣਗੇ ਅਗਲਾ ਬਿਆਨ ਆਊਗਾ ਜੀ ਇਹਦਾ ਤਬਾਦਲਾ ਹਮਨੇ ਕਰਵਾਇਆ ਹੁਆ ਹੈ, ਗਲਤ ਹੈ, ਕਿਉਂਕਿ ਆ ਬੈਠੇ ਨੇ ਨਾਨਕ ਨਗਰੀ ਦੇ ਸਟੇਕ ਹੋਲਡਰਸ ਜਿਹੜੇ ਤਬਾਦਲੇ ਦੇ ਨਾਲ ਸਹਿਮਤ ਨਹੀਂ ਗਏ। ਫਿਰ ਕਹਿਣਗੇ ਜੀ ਹਾਈ ਕੋਰਟ ਤੋਂ ਪਟੀਸ਼ਨ ਵਿਡਰਾਅ ਹੋਈ, ਉਹ ਤੁਸੀਂ ਕਰਾਈ ਆ, ਤੁਹਾਨੂੰ ਅਸੀਂ ਉਸ ਪਟੀਸ਼ਨ ਨੂੰ ਰਿਸਟੋਰ ਕਰਕੇ ਮੈਂ ਦੱਸੂਗਾ ਕਿੱਦਾਂ ਜਾਊਗੀ, ਕਿੱਧਰ ਨੂੰ ਜਾਊਗੀ। ਔਰ ਦੂਸਰਾ ਕਿ ਇਹਨੂੰ ਇਸ ਤੋਂ ਇਲਾਵਾ 3
ਕਨਾਲ ਤੇ 7 ਮਰਲੇ ਅੱਜ ਵੀ ਇਸੇ ਹੀ ਝੇੜੂ ਪਿੰਡ ਦੀ ਜ਼ਮੀਨ ਅੱਜ ਵੀ ਵਾਈਲ ਵੀ ਆਰ ਟਾਕਿੰਗ ਅੱਜ ਵੀ ਗ੍ਰਾਮ ਪੰਚਾਇਤ ਦੇ ਨਜਾਇਜ਼ ਕਬਜ਼ੇ ਦੇ ਵਿੱਚ ਲਵਲੀ ਯੂਨੀਵਰਸਿਟੀ ਦੇ ਵਿੱਚ ਹੈਗੀ ਹੈ। ਆਲਮੋਸਟ ਭਾਵੇਂ ਜ਼ਮੀਨ ਥੋੜੀ ਹੈ ਇਹ 67 ਮਰਲੇ ਆ, ਪਰ ਜੇ ਟੈਕਨੀਕਲੀ ਪੁਆਇੰਟ ਆਊਟ ਕਰਨਾ ਕਿ ਕੋਈ ਜ਼ਮੀਨ ਨਹੀਂ ਸਾਡੇ ਕੋਲ ਪੰਚਾਇਤ ਦੀ, ਹਰਦਾਸਪੁਰੇ ਦੀ ਵੀ ਇਹਨਾਂ ਦੇ ਕੋਲ ਆ, ਉਹ ਫਰਜ਼ੀ ਦਿਖਾਇਆ ਇੱਕ ਲੀਜ਼ ਡੀਡ ਬਣਾ ਕੇ ਮਗਰਲੀ ਡੇਟ ਵਿੱਚ ਜਾ ਕੇ ਪਰਚੀ ਕਟਾ ਕੇ ਕਿ ਰਵਿੰਦਰ ਸਿੰਘ ਵਾਹੁੰਦਾ, ਉਹ ਰਵਿੰਦਰ ਸਿੰਘ ਰਹਿੰਦਾ ਹੀ ਇਹਨਾਂ ਦੇ ਅੰਦਰ ਆ, ਇਹਨਾਂ ਦਾ ਹੀ ਬੰਦਾ ਵਾ। ਉਸ ਰਵਿੰਦਰ ਸਿੰਘ ਤੋਂ ਟੀਵੀਆਂ ਦੇ ਸਾਹਮਣੇ ਬੁਲਾਤਾ ਕਿ ਮੈਂ ਖੇਤੀ ਕਰਾਂ, ਇੱਕ ਵਾਰੀ ਕੈਮਰਾ ਵਿਜ਼ਿਟ ਕਰਕੇ ਆਓ ਕਿ ਹਰਦਾਸਪੁਰੇ ਦਾ ਜਿਹੜਾ 7 ਕਨਾਲ ਦਾ ਪਲਾਟ ਹੈਗਾ ਉਹਦੇ ਤੇ ਖੇਤੀ ਹੋ ਰਹੀ ਕਿ ਨਹੀਂ ਹੋ ਰਹੀ, ਉੱਥੇ ਕਿ ਖਾਲੀ ਪਿਆ ਪਲਾਟ ਉਜੜਿਆ ਪਿਆ ਵਾ, ਉਹਦੇ ਤੇ ਘਾਹ ਫੂਸ ਤੇ ਜਸਟ ਬਿਕੋਜ਼ ਉਹਦਾ ਪੋਜੈਸ਼ਨ ਮੇਨਟੇਨ ਕਰਨਾ, ਰਵਿੰਦਰ ਸਿੰਘ ਨੂੰ ਮੂਹਰੇ ਕਰਕੇ ਗੈਰ ਕਾਨੂੰਨੀ ਪੋਜੈਸ਼ਨ ਮੇਨਟੇਨ ਕਰ। ਪਰ ਆ 3 ਕਨਾਲ 7 ਮਰਲੇ ਦਾ ਅੱਜ ਵੀ ਰਿਕਾਰਡ ਦੇ ਵਿੱਚ ਜਿਹੜਾ ਤੁਹਾਨੂੰ ਅਸੀਂ ਈਮੇਲ ਕਰ ਦਿਆਂਗੇ, ਇਹ ਰਿਕਾਰਡ ਦੇ ਵਿੱਚ ਅੱਜ ਵੀ ਬੋਲ ਰਹੀ ਆ। ਮੇਰਾ ਮਸਲਾ ਭਗਵੰਤ ਸਿੰਘ ਮਾਨ ਸਾਹਿਬ ਤੇ ਕੁਲਦੀਪ ਸਿੰਘ ਧਾਲੀਵਾਲ ਅੱਜ ਤੁਹਾਨੂੰ ਚੁਣੌਤੀ ਆ ਕਿ ਕੀ ਸਿਰਫ ਆਪਣੇ ਵਿਰੋਧੀਆਂ ਨੂੰ ਟਾਰਗੇਟ ਕਰੋਗੇ, ਉਹਨਾਂ ਤੇ ਪਰਚੇ ਦਰਜ ਕਰੋਗੇ, ਉਹਨਾਂ ਨੂੰ ਫੜ ਕੇ ਦਿਓਗੇ ਸਿਮਰਨਜੀਤ ਸਿੰਘ ਮਾਨ ਦੀ ਜ਼ਮੀਨ ਦਾ ਤੇ ਜਾ ਕੇ ਤੇ ਉਹਦੀ ਕੈਰੈਕਟਰ ਅਸੈਸੀਨੇਸ਼ਨ ਤੇ ਉਹਦਾ ਅਕਸ ਨੂੰ ਖਰਾਬ ਕਰਨ ਵਾਸਤੇ ਆਪਣੀ ਸਰਕਾਰ ਦੇ ਐਸਟੈਬਲਿਸ਼ਮੈਂਟ ਨੂੰ ਵਰਤ ਰਹੇ ਹੋ ਕਿ ਆਪਣੇ ਮੈਂਬਰ ਪਾਰਲੀਮੈਂਟ ਕੋਲੋਂ ਅਸ਼ੋਕ ਮਿੱਤਲ ਕੋਲੋਂ ਲਵਲੀ ਯੂਨੀਵਰਸਿਟੀ ਕੋਲੋਂ ਜਿਹੜੀ 100 ਕਰੋੜ ਰੁਪਏ ਦਾ ਤੁਹਾਡੇ ਖੁਲਾਸਾ ਮੈਂ ਕਰ ਦਿੱਤਾ ਵਾ, ਕੀ ਤੁਸੀਂ ਇਸ ਨੂੰ ਛਡਾਉਣ ਦੇ ਸਮਰੱਥ ਹੋ ਜਾਂ ਨਹੀਂ ਹੋ? ਇਹ ਹੁਣ ਤੁਹਾਡਾ ਇਮਤਿਹਾਨ ਹੈ। ਤੁਸੀਂ ਨਹੀਂ ਕਰੋਗੇ ਤਾਂ ਅਸੀਂ ਤਾਂ ਲੜਾਂਗੇ ਆਉਣ ਵਾਲੇ ਸਮੇਂ 'ਚ ਅਸੀਂ ਤਾਂ ਕਿ ਇਸ ਲੜਾਈ ਨੂੰ ਅੱਗੇ ਅਗਲੇ ਪੜਾਅ ਦੇ ਵਿੱਚ ਲੈ ਕੇ ਜਾਵਾਂਗੇ। ਲੋੜ ਪਈ ਧਰਨਾ ਵੀ ਦੇਵਾਂਗੇ, ਲੋੜ ਪਈ ਯੂਨੀਵਰਸਿਟੀ ਵੀ ਬੰਦ ਕਰਾਵਾਂਗੇ। ਐਵੇਂ ਨਹੀਂ, ਗੇਟ ਦੇ ਬਾਹਰ ਵੀ 3 ਕਨਾਲ ਜਗ੍ਹਾ ਅੱਜ ਉਹ ਆ ਨਹੀਂ ਸਕੇ, ਉਹਨਾਂ ਦੇ ਵਿਚਾਰੇ ਗਰੀਬ ਆਦਮੀ ਤੇ ਉਹ ਪਿੰਡ ਹੈਗਾ ਵਾ ਮਾਧੋਪੁਰ, ਮਨਜੀਤ ਸਿੰਘ ਅੱਜ ਉਹਦੀ ਤਰੀਕ ਹੈ, ਕ੍ਰਿਮੀਨਲ ਕੇਸ ਨਹੀਂ ਤਾਂ ਇੱਥੇ ਤੁਹਾਡੇ ਸਾਹਮਣੇ ਬੈਠਾ ਹੋਣਾ ਸੀ ਉਸਨੇ। ਦੋਨਾਂ ਗੇਟਾਂ ਦੇ ਦਰਮਿਆਨ 3 ਕਨਾਲ ਉਹਦੇ ਕੋਲ ਹੜ ਪਾਉਣ ਲਈ ਉਹਦੇ ਸਾਰੇ ਟੱਬਰ ਤੇ ਕ੍ਰਿਮੀਨਲ ਕੇਸ ਦਰਜ ਕਰਾਇਆ ਲਵਲੀ ਯੂਨੀਵਰਸਿਟੀ ਨੇ। ਉਹਦਾ ਸ਼ਾਇਦ ਮੈਨੂੰ ਦੱਸ ਰਹੇ ਸੀ 3 ਸਾਲ ਦੀ ਲੜਕੀ ਤੇ 5-4 ਸਾਲ ਦਾ ਬੱਚਾ, ਉਹਨਾਂ ਨੂੰ ਵੀ ਜੇਲ੍ਹ ਵਿੱਚ ਰਖਵਾਇਆ ਨਾਲ, ਉਸਦੇ ਸਾਰੇ ਟੱਬਰ ਨੂੰ ਚੱਕ ਕੇ ਉੱਥੇ ਜੇਲ੍ਹ ਵਿੱਚ ਕਰਾਤਾ। ਉਹ ਅੱਜ ਵੀ ਆਪਣਾ ਕੇਸ ਲੜ ਰਹੇ ਨੇ, ਉਹਨਾਂ ਦੀ ਮਲਕੀਅਤ ਆ, ਧੱਕੇ ਨਾਲ ਉੱਥੇ ਕਬਜ਼ਾ ਕਰ ਲਿਆ ਜਸਟ ਬਿਕੋਜ਼ ਦੇ ਆਰ ਪਾਵਰਫੁਲ ਪੀਪਲ, ਦੇ ਹੈਵ ਦ ਸਪੋਰਟ ਆਫ ਬਿਊਰੋਕਰੈਟਸ, ਦੇ ਹੈਵ ਦ ਸਪੋਰਟ ਆਫ ਪੋਲੀਟੀਸ਼ੀਅਨਸ, ਦਿਸ ਇਜ਼ ਵਾਟ ਦੇ ਆਰ ਡੂਇੰਗ। ਉਹ ਅੱਜ ਇੱਥੇ ਆਉਂਦਾ ਤਾਂ ਤੁਹਾਨੂੰ ਮੈਂ ਸਾਹਮਣੇ ਪਰੇਡ ਕਰੂੰਗਾ, ਤੁਹਾਨੂੰ ਨੰਬਰ ਭੇਜ ਦੂੰਗਾ, ਇੱਕ ਵਾਰੀ ਉਹਦੀ ਵੀ ਇੰਟਰਵਿਊ ਲਿਓ ਕਿਸ ਤਰ੍ਹਾਂ ਇਹਨਾਂ ਲੋਕਾਂ ਨੇ ਗਰੀਬਾਂ ਦੀਆਂ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਕਬਜ਼ਾ ਕਰਕੇ ਤੇ ਆਹ ਯੂਨੀਵਰਸਿਟੀ ਵਿਚ ਇਜ਼ ਜਸਟ ਅ ਕਮਰਸ਼ੀਅਲ ਵੈਂਚਰ ਵਿਚ ਇਜ਼ ਨਥਿੰਗ, ਦੇ ਆਰ ਨਾਟ ਗਿਵਿੰਗ ਐਨੀ ਐਜੂਕੇਸ਼ਨ ਫ੍ਰੀ ਟੂ ਐਨੀਬਡੀ। ਔਰ ਮੈਨੂੰ ਦੁੱਖ ਹੁੰਦਾ ਜਦੋਂ ਰਾਸ਼ਟਰਪਤੀ ਦੇਸ਼ ਦਾ ਆਉਂਦਾ ਇੱਥੇ ਵਿਦਆਊਟ ਸੀਇੰਗ ਕਿ ਕੌਣ ਹੈ ਤੇ ਕੀ ਕਰ ਰਹੇ ਨੇ। ਕਦੀ ਗਵਰਨਰ ਪੰਜਾਬ ਦਾ ਆਉਂਦਾ ਮੁੱਖ ਚੀਫ ਗੈਸਟ, ਕਦੀ ਪੰਜਾਬ ਦਾ ਮੁੱਖ ਮੰਤਰੀ ਲਿਆ ਕੇ ਇੱਥੇ ਚੀਫ ਗੈਸਟ ਖੜਾ ਕਰਦੇ ਨੇ। ਇਹ ਸਾਰੀਆਂ ਗੱਲਾਂ ਤੁਹਾਡੇ ਧਿਆਨ ਵਿੱਚ ਲਿਆਉਣੀਆਂ ਸੀਗੀਆਂ। Subscribe to One India channel and never miss an update.